So today we are going to discuss about the stomach. जिस तरह कि ਆਪਾਂ ਕੱਲ ਗੱਲ ਕੀਤੀ ਸੀ, stomach is of J-shaped organ, highly muscular, बहुत ज्यादा muscular ਹੁੰਦਾ है, and it's divisible into three parts. This is the fundus, cardiac and pyloric region. ਤਾਂ ਤੁਹਾਨੂੰ ਮੈਂ ਦੱਸਿਆ ਸੀ ਵੀ ਜਿੱਥੇ ਵੀ ਬਾਇਓ ਦੇ ਵਿੱਚ ਕੈਪ ਲਾਈਕ organ ਹੋਵੇ ਨਾ, that is called as fundus. That's called as fundus. ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ this side, this is called as greater curvature or greater mentum, and this is the lesser mentum. ਉਸ ਤੋਂ ਤੁਹਾਨੂੰ ਮੈਂ ਗੱਲ ਕੀਤੀ ਸੀ ਵੀ ਇੱਥੇ ਇੱਥੇ ਸਾਨੂੰ ਰਿਜਿਸ ਦਿਖਾਈ ਦੇ ਰਹੇ ਹੈ, ਤਾਂ ਇਹ ਜਿਹੜੇ ਰਿਜਿਸ ਹੈਗੇ ਹੈ, these are the abdominal ridges, ਤੇ ਇਹਨਾਂ ਦਾ ਫੰਕਸ਼ਨ ਕੀ ਹੈ ਵੀ ਚਰਨਿੰਗ ਆਫ ਫੂਡ ਕਰਦੇ ਆ ਇਹ. They do the churning of food. Churning of food ਦਾ ਮਤਲਬ ਹੈ ਕਿ ਫੂਡ ਨੂੰ ਰਿੜਕਦਾ ਹੈ ਤਾਂ ਜੋ it get converted into the solution form. ਤਾਂ ਬਈ ਇਸ ਜਗ੍ਹਾ ਤੇ this portion, this is called as cardiac sphincter. ठीक है, cardiac sphincter ਕਿਉਂ ਕਿਹਾ ਜਾਂਦਾ ਵੀ ਜਸਟ ਥੋੜਾ ਜਿਹਾ ਉੱਪਰ ਜਾ ਕੇ ਇਸ ਪੋਜੀਸ਼ਨ ਤੇ ਸਾਡਾ ਹਾਰਟ ਹੁੰਦਾ ਹੈ. That's why it is called as cardiac sphincter. It is called as cardiac sphincter. This is called as cardiac sphincter. Cardiac sphincter. ਤਾਂ ਬੇਟੇ ਕਈ ਵਾਰੀ ਕੀ ਹੁੰਦਾ ਹੈ ਵੀ ਸਾਡੇ ਐਬਡੋਮਨ ਦੇ ਵਿੱਚ as you know there is the acid. ਜਿਹੜਾ ਐਸਿਡ ਹੁੰਦਾ ਹੈ that's HCl and its pH is 2.2. ਤਾਂ ਜੇ ਇਹ ਐਸਿਡ ਸਾਡੇ ਹੱਥ ਤੇ ਪੈ ਜਾਵੇ, it will cause the burn. Will cause the burn. ਤਾਂ it will cause the burn. ਤਾਂ ਬੇਟੇ ਇੱਕ ਆਪਦਾ ਮਾਈਕ ਆਫ ਰੱਖੋ, ਮੈਨੂੰ ਵਾਰ-ਵਾਰ ਤੁਹਾਨੂੰ ਮਿਊਟ ਕਰਨਾ ਪੈਂਦਾ ਹੈ. ਤਾਂ ਬੇਟੇ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਇਹ ਵੀ ਪਤਾ ਵੀ HCl is volatile, ਤਾਂ ਉਹ ਇਸ ਜਗ੍ਹਾ ਤੇ ਆਣਾ ਸ਼ੁਰੂ ਹੋ ਜਾਂਦਾ ਹੈ, ਤੇ ਜਿਹਨੂੰ ਆਪਾਂ ਕਹਿ ਦਿੰਦੇ ਸਾਡੇ ਇੱਥੇ ਇਰੀਟੇਸ਼ਨ ਔਰ ਪੇਨ ਸ਼ੁਰੂ ਹੋ ਜਾਂਦੀ ਹੈ. ਤਾਂ ਕਈ ਲੋਕੀ ਤਾਂ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਉਹ ਸੋਚਦੇ ਆ ਵੀ ਸਾਨੂੰ ਹਾਰਟ ਅਟੈਕ ਆ ਰਿਹਾ, ਬਟ ਦਿਸ ਇਜ਼ ਕਾਲਡ ਐਜ਼ ਹਾਰਟ ਬਰਨ. ਦਿਸ ਇਜ਼ ਕਾਲਡ ਐਜ਼ ਹਾਰਟ ਬਰਨ. ਇਸ ਜਗ੍ਹਾ ਤੇ ਜਿਹੜੀ ਪੇਨ ਹੁੰਦੀ ਹੈ ਦੈਟਸ ਡਿਊ ਟੂ ਦ ਐਸਿਡਿਟੀ. ਤੇ ਫਿਰ ਆਪਾਂ ਕੋਈ ਵੀ ਮਤਲਬ ਕਿ ਇਨੋ ਵਗੈਰਾ ਜੋ ਵੀ ਸਾਡੇ ਕੋਲ ਐਸਿਡ ਨਿਊਟਰਲਾਈਜ਼ ਕਰਨ ਵਾਸਤੇ ਆਪਾਂ ਲੈਨੇ ਆ, ਉਹ ਯੂਜ਼ ਕਰਦੇ ਆ ਟੂ ਰਿਡਿਊਸ ਦ ਐਸਿਡਿਟੀ. ਤਾਂ ਦਿਸ ਇਜ਼ ਦ ਕਾਰਡਿਕ ਸਫਿੰਕਟਰ. ਤੇ ਜਦੋਂ ਫੂਡ ਅੰਦਰ ਆਉਂਦਾ ਹੈ ਤਾਂ ਉਦੋਂ ਕਾਰਡਿਕ ਸਫਿੰਕਟਰ ਓਪਨ ਹੁੰਦਾ ਹੈ. ਐਂਡ ਦਿਸ ਇਜ਼ ਦ ਪਾਇਲੋਰਿਕ ਸਫਿੰਕਟਰ. ਇਹ ਜਿਹੜਾ ਪਾਇਲੋਰਿਕ ਸਫਿੰਕਟਰ ਹੈ ਇਹ ਆਫਟਰ ਸ਼ਾਰਟ ਡਿਊਰੇਸ਼ਨ ਓਪਨ ਹੁੰਦਾ ਹੈ, ਤੇ ਇਹ ਫੂਡ ਨੂੰ ਡਿਊਡੇਨਮ ਦੇ ਵਿੱਚ ਭੇਜਦਾ ਹੈ. ਇਟ ਸੈਂਡ ਦਾ ਫੂਡ ਟੂ ਦਾ ਡਿਊਡੇਨਮ. ਠੀਕ ਹੈ ਬੇਟੇ. ਤਾਂ ਇੱਕ ਹੋਰ ਚੀਜ਼, what is belching? ਮਾਲਵਾ ਵਾਲੇ ਦੱਸੋ ਜੀ, what is belching? ਬੀ ਤੋਂ, ਬੀ ਫॉर ਬॉय ਤੋਂ, belching ਪੰਜਾਬੀ ਚ ਜਿਹਨੂੰ ਆਪਾਂ ਕਹਿ ਦਿੰਦੇ ਆ ਢਕਾਰ ਲੈਣਾ, ਉਹ ਕੀ ਹੁੰਦਾ ਪਤਾ ਕੀ ਹੁੰਦਾ ਬੇਟੇ? ਐਨੀਬਡੀ? ਸਰ ਉਹ ਗੈਸ ਰਿਲੀਜ਼ ਹੁੰਦੀ ਹੈ ਜਦੋਂ ਫੂਡ ਡਾਈਜੈਸਟ ਹੋ ਜਾਂਦਾ, ਆਈ ਥਿੰਕ ਸੋ. ਜਦੋਂ ਫੂਡ ਡਾਈਜੈਸਟ ਹੋ ਜਾਂਦਾ ਹੈ? ਕੌਣ ਬੋਲੀ, ਨਿਮਰ ਕੇ? ਸਰ ਨਿਮਰ. ਨਿਮਰ, ਮੈਨੂੰ ਪਤਾ ਸੀ ਨਿਮਰ ਹੀ ਸਾਰਿਆਂ ਤੋਂ ਪਹਿਲਾਂ ਜਵਾਬ ਦਿੰਦੀ ਹੈ ਅੱਜ ਕੱਲ. ਚਲੋ ਤਾਂ ਬੇਟੇ ਇੱਥੇ ਦਿਸ ਇਜ਼ ਦਾ ਫੰਡਸ. ਜਿਵੇਂ ਜਿਵੇਂ ਆਪਾਂ ਖਾਣਾ ਖਾਂਦੇ ਜਾਂਦੇ ਆ ਨਾ, ਇਹ ਫਿਲ ਹੁੰਦਾ ਜਾਂਦਾ ਫੂਡ. ਕਾਰਡਿਕ ਸਫਿੰਕਟਰ ਕਲੋਜ਼ਡ ਹੈ ਐਂਡ ਗੈਸ ਇਜ਼ ਫਿਲਡ ਇਨ ਦਿਸ ਏਰੀਆ. ਜਦੋਂ ਕਾਫੀ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਹੈ, ਗੈਸ ਗੋਜ਼ ਆਊਟ ਫਰੋਮ ਦਾ ਕਾਰਡਿਕ ਸਫਿੰਕਟਰ. ਤੇ ਜਿਹੜੀ ਆਵਾਜ਼ ਵੀ ਹੁੰਦੀ ਹੈ ਉਹ ਕਾਰਡਿਕ ਸਫਿੰਕਟਰ ਦੀ ਹੁੰਦੀ ਹੈ, ਤੇ ਜਿਹੜੀਆਂ ਗੈਸਿਸ ਇੱਥੇ ਕਮੂਲੇਟ ਹੁੰਦੀਆਂ ਉਹ ਇੱਥੋਂ ਬਾਹਰ ਜਾਂਦੀਆਂ ਫਰੋਮ ਦਾ ਕਾਰਡਿਕ ਸਫਿੰਕਟਰ. ਦੈਟਸ ਦਾ ਬਲਚਿੰਗ. ਪੰਜਾਬੀ ਚ ਜਿਹਨੂੰ ਕਹਿ ਦਿੰਦੇ ਆ ਢਕਾਰ ਮਾਰਨਾ ਜਾਂ ਢਕਾਰ ਲੈਣਾ. ਤਾਂ ਉਸ ਤੋਂ ਬਾਅਦ ਤੁਸੀਂ ਕਦੇ ਇਹ ਵੀ ਵੇਖਿਓ ਵੀ ਜਦੋਂ ਕੋਈ ਵਿਆਹ ਸ਼ਾਦੀ ਤੇ ਚਲਾ ਜਾਂਦਾ, ਚਲੋ ਮੈਂ ਆਪਦੀ ਐਗਜ਼ਾਮਪਲ ਲੈ ਲੈਂਦਾ ਵੀ ਮੈਂ ਬਾਹਲਾ ਭੁੱਖੜ ਹੈ, ਤਾਂ ਆਪਾਂ ਖਾਈ ਜਾਂਦੇ ਆ, ਸਾਡਾ ਜਿਹੜਾ ਕੀ ਹੈ ਵੀ ਪੇਟ ਕਾਫੀ ਭਰ ਜਾਂਦਾ ਹੈ, ਤੇ ਸਾਨੂੰ ਐਂ ਲੱਗਦਾ ਵੀ ਹੁਣ ਹੋਰ ਨਹੀਂ ਖਾਧਾ ਜਾਣਾ. ਬਟ ਆਫਟਰ ਬਲਚਿੰਗ ਸਾਨੂੰ ਐਂ ਲੱਗਦਾ ਵੀ ਅਸੀਂ ਹੋਰ ਵੀ ਖਾ ਸਕਦੇ ਹਾਂ. ਉਹਦਾ ਕਾਰਨ ਕੀ ਹੁੰਦਾ ਵੀ ਡਿਊ ਟੂ ਪ੍ਰੈਸ਼ਰ ਆਫ ਗੈਸ ਇਨ ਦਾ ਫੰਡਸ, ਤਾਂ ਉਹ ਸਾਡੇ ਸਟਮਕ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਾਡਾ ਸਟਮਕ ਦੈਟਸ ਫੁੱਲ ਹੋ ਗਿਆ. ਠੀਕ ਹੈ, ਤਾਂ ਚਲੋ ਅੱਗੇ ਗੱਲ ਕਰਦੇ ਹਾਂ ਆਪਾਂ. ਬਲਚਿੰਗ ਕੀ ਹੁੰਦਾ ਵੀ ਜਿਹੜੀਆਂ ਫੰਡਸ ਦੇ ਵਿੱਚ ਗੈਸਿਸ ਹੈ ਉਹ ਰਿਮੂਵ ਹੁੰਦੀਆਂ. ਤਾਂ ਹੁਣ ਦੁਬਾਰਾ ਫਿਰ ਵੇਖੀਏ. ਦਿਸ ਇਜ਼ ਦਾ ਫੰਡਸ, cardiac sphincter. This portion is called as cardiac portion. This is pyloric, lesser curvature or lesser mentum, and this is the greater mentum.
ठीक है, आ ड्यूडेनम दे विच जा रहा है। दिस इज पाइलोरिक स्पिंक्टर एंड पाइलोरिक एंट्रम। एंट्रम का मतलब होता है भी एम्पटी स्पेस, जिथे कोई चीज आउंदी होवे। ਤੇ ਇਹਨੂੰ ਆਪਾਂ ਜਦੋਂ ਆਪਾਂ ਲਿਵਰ ਸਟੱਡੀ ਕੀਤਾ ਨਾ, ਉਦੋਂ ਇਸ ਪੋਰਸ਼ਨ ਨੂੰ ਫਿਰ ਆਪਾਂ ਸਟੱਡੀ ਕਰਨਾ ਹੈ। ਐਂਡ ਦਿਸ ਇਜ਼ ਗੋਇੰਗ ਟੁਵਾਰਡ ਦਾ ਡਿਊਡੇਨਮ। ਡਿਊਡੇਨਮ ਐਜ਼ ਯੂ ਨੋ ਇਟਸ ਅ ਪਾਰਟ ਆਫ ਸਮਾਲ ਇੰਟੈਸਟਾਈਨ। ਇੱਕ ਆ ਹੋਰ ਸਟਰਕਚਰ ਹੈ ਬੇਟੇ, ਦਿਸ ਇਜ਼ ਦਾ ਪਾਇਲੋਰਿਕ ਕੈਨਾਲ ਔਰ ਦਿਸ ਇਜ਼ ਦਾ ਐਂਟਰਮ। ਇਹ ਸਾਰਾ ਆਪਾਂ ਡਿਸਕਸ ਕਰ ਚੁੱਕੇ ਹਾਂ। ਤਾਂ ਹੁਣ ਦੇਖੋ ਬਈ, ਜਿਹੜਾ stomach है जी होर मैं these are the rugae stomach, pyloric sphincter है, cardiac sphincter है, और this is also called as esophageal sphincter। ठीक है, esophageal sphincter, this is the esophagus and this is the esophageal sphincter। ते आ की चीज दिखाई दे रही है भई, आ जेड़ा flap like structure है, what is this? This is the diaphragm। diaphragm पता है ना, below the yes lung, sir। this is the diaphragm। ਹੁਣ ਅੱਜ we know we are going to discuss about the intestine। ਤੇ ਸਾਰੇ ਤੋਂ ਪਹਿਲਾਂ ਆਪਾਂ small intestine ਬਾਰੇ ਗੱਲਬਾਤ ਕਰਾਂਗੇ ਬੇਟੇ। ਤਾਂ this is a small intestine, highly coiled mass, highly coiled mass। ਤਾਂ it's approximately 6.25 meter long। ਇਹਨੂੰ 3 ਨਾਲ ਮਲਟੀਪਲਾਈ ਕਰ ਲਓ, 19 ਫੀਟ ਹੋ ਜੂਗੀ। ਇਹਦੇ ਤਿੰਨ ਪਾਰਟ ਹੈ, that is duodenum, jejunum and ileum। ਇਹਨਾਂ ਬਾਰੇ ਵੀ ਆਪਾਂ ਅਲੱਗ-ਅਲੱਗ ਗੱਲ ਕਰਨੀ ਹੈ। ਸਾਰਿਆਂ ਤੋਂ ਪਹਿਲਾਂ this C shaped, this is C shaped, this is the duodenum। ਤੇ ਸਾਰੀ ਕਹਾਣੀ ਇਹਦੇ ਤੋਂ ਹੀ ਸ਼ੁਰੂ ਹੋਣੀ ਹੈ। ਕਿਸ ਤਰ੍ਹਾਂ ਲਿਵਰ ਤੋਂ ਜਿਹੜੇ ਜੂਸਿਸ ਆ ਰਹੇ ਹੈ ਉਹ ਵੀ ਡਿਊਡੇਨਮ ਚ ਆ ਰਹੇ ਹੈ, ਜਿਹੜੇ ਪੈਨਕ੍ਰੀਆਸ ਤੋਂ ਜੂਸਿਸ ਆ ਰਹੇ ਹੈ ਉਹ ਵੀ ਕਿੱਥੇ ਆ ਰਹੇ ਹੈ, ਡਿਊਡੇਨਮ ਦੇ ਵਿੱਚ। second part of digestion, first ਤਾਂ ਤੁਹਾਡਾ stomach ਚ ਹੋ ਗਿਆ, second part of digestion starts in the duodenum। ਅੱਛਾ ਬੱਚੇ, ਇੱਥੇ ਇੱਕ ਹੋਰ ਟਰਮ ਜਿਹੜੀ ਬੁੱਕ ਦੇ ਵਿੱਚ ਨਹੀਂ ਲਿਖੀ ਹੋਈ, ਤੁਹਾਨੂੰ ਦੱਸਣੀ ਚਾਹੁੰਦਾ ਮੈਂ। semi digested food in the stomach is called as chyme। ਜਿਹੜਾ semi digested food ਹੈ ਨਾ ਸਾਡੇ stomach ਚ, ਉਹਨੂੰ chyme ਕਹਿੰਦੇ ਆ, that is called as chyme। ਠੀਕ ਹੈ, ਤੇ ਜਿਹੜਾ digested food in the intestine है, that is called as chyle, chyle, chyle। semi digested food inside the stomach is called as chyme, 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 and fully digested food is called as chyle, chyle, chyle in the intestine। ਤਾਂ this part is the duodenum। duodenum ਤੋਂ ਸਾਡੀ intestine ਸ਼ੁਰੂ ਹੁੰਦੀ ਹੈ ਬਈ, ਆ ਦੇਖੋ, this is the duodenum। ਠੀਕ ਹੈ, these are the blood capillaries। this is pancreas, this is pancreas। this is C shape is the duodenum। The duodenum approximately 12 centimeter long and it's the shortest part of the intestine। ਇਹਦੇ ਵਿੱਚ ਆਪਾਂ ਇੱਕ ਜਿਹੜੀ ਮੇਨ ਚੀਜ਼ ਪੜ੍ਹਨੀ ਹੈ ਹੈਪੈਟੋਪੈਨਕ੍ਰੀਆਟਿਕ ਐਂਪੂਲਾ, ਉਹ ਅੱਜ ਹੀ ਆਪਾਂ ਡਿਸਕਸ ਕਰਾਂਗੇ ਵਿਦ ਲਿਵਰ। ਉਹ ਕੀ ਹੁੰਦਾ ਹੈ ਉਹ ਅੱਗੇ ਜਾ ਕੇ ਡਿਸਕਸ ਕਰਦੇ ਹਾਂ। ਹੁਣ ਵੇਖ ਲਓ ਵੀ ਸਾਡੇ ਇੰਟੈਸਟਾਈਨ ਦੇ ਕਿਹੜੇ ਕਿਹੜੇ ਪਾਰਟ ਤੇ ਕਿੱਥੇ ਕਿੱਥੇ ਹੈ। ਦਿਸ ਸਮੋਲੈਸਟ ਪਾਰਟ ਇਜ਼ ਦਾ ਡਿਊਡੇਨਮ, ਡਿਊਡੇਨਮ। ਦਿਸ ਇਜ਼ ਦਾ ਜੇਜੂਨਮ, ਦਿਸ ਇਜ਼ ਦਾ ਜੇਜੂਨਮ, ਐਂਡ ਦਿਸ ਇਜ਼ ਦਾ ਇਲੀਅਮ, ਦਿਸ ਇਜ਼ ਦਾ ਇਲੀਅਮ। ਇੱਥੇ ਇੱਕ ਚੀਜ਼ ਦੱਸਦੇ ਆ ਵੀ ਜਿਹੜੀ ਜੇਜੂਨਮ ਹੈ, ਇਹਦਾ ਡਾਇਆਮੀਟਰ that is 4 centimeter and wall is thick and it's about 2.5 meter long। but whereas ileum, ਇਹਦਾ diameter ਘਟ ਜਾਂਦਾ ਬੇਟੇ, that is 3.5 centimeter up to 3.5 centimeter and it's 3.5 meter long। ਤੇ maximum absorption, ਧਿਆਨ ਨਾਲ ਸੁਣੋ, absorption takes place inside the ileum, takes place inside the ileum। ਇਹ ਚੀਜ਼ ਵੀ ਆਪਾਂ ਯਾਦ ਰੱਖਣੀ ਹੈ। ਹੁਣ ਆ ਕੀ ਚੀਜ਼ ਦਿਖਦੀ ਪਈ ਹੈ ਵੀ, this is the intestine, ਜਿੱਥੇ ਕਰਸਰ ਮੂਵ ਕਰਦਾ ਪਿਆ ਵਿਚਾਲੇ ਯੈਲੋ ਜਿਹਾ, what is this? ਚਲੋ ਫਿਰ ਥੋੜਾ ਨਾ, not ਵਿਲਾਈ, ਨਹੀਂ ਵਿਲਾਈ ਨਹੀਂ ਹੈ ਬੇਟੇ। ਤੇ this is the intestine। ਹੁਣ ਦੇਖੋ ਵੀ ਸਾਡੇ ਕੋਲ ਐਡੀ ਲੰਬੀ ਇੰਟੈਸਟਾਈਨ ਹੈ, ਤੇ ਹੁਣ ਮੇਰੇ ਵਰਗਾ ਕੀ ਕਰੇ, ਜੰਪ ਕਰਦਾ ਕੰਧ ਤੋਂ, ਤੇ ਪ੍ਰੈਸ਼ਰ ਪਊਗਾ, ਥੱਲੇ ਜਾ ਸਕਦੀ ਹੈ।
ਤੇ ਆਰਗਨਸ ਕੀ ਹੈ ਬਾਈਂਡ ਹੋਣੇ ਚਾਹੀਦੇ ਇੱਕ ਦੂਜੇ ਨਾਲ, ਇਹਨੂੰ ਟਾਈਟਲੀ ਬਾਈਂਡ ਕਰਨਾ ਪਊਗਾ। ਬਾਈਂਡ ਕੌਣ ਕਰੂਗਾ? ਉਹ ਇਹ ਸਟਰਕਚਰ ਹੈ, ਦਿਸ ਇਜ਼ ਦਾ ਮਿਜ਼ੈਂਟਰੀਜ਼ which are attached to the intestine। ਜਦੋਂ ਆਪਾਂ ਰੈਟ ਖੋਲਿਆ, ਰੈਟ ਦੀ ਜਦੋਂ ਤੁਹਾਨੂੰ ਮੈਂ ਡਿਸੈਕਸ਼ਨ ਕਰਾਈ ਨਾ, I will show you the mesenteries ਜਿਹੜੀਆਂ ਸਾਡੀ ਇੰਟੈਸਟਾਈਨ ਨੂੰ ਬਾਈਂਡ ਕਰਦੀਆਂ। ਇਹ ਚ ਸਾਡੀਆਂ ਬਲੱਡ ਵੈਸਲਸ ਹੁੰਦੀਆਂ, ਇਹ ਚ ਕੈਪਿਲਰੀਜ਼, ਆਰਟਰੀਜ਼ ਐਂਡ ਵੇਨਸ as well as slightly connective tissue or muscular tissue just to bind the intestine। ਤਾਂ ਆ ਵੇਖੋ ਬਈ, these are the mesenteries, okay, ਹੋ ਰਹੀਆਂ ਤਾਂ these have to bind the intestine। ਤਾਂ ਅੱਗੇ ਆ ਜਾਓ ਬਈ, what is this? ਕੀ ਦਿਖਦਾ ਪਿਆ ਹੈ ਤੁਹਾਨੂੰ ਇਹਦੇ ਵਿੱਚ? ਕਮਲੇ ਬੰਦਿਓ, ਹੁਣ ਤਾਂ ਲਿਖਿਆ ਹੋਇਆ ਉੱਤੇ these are the Sir, villi। yes, villis. ਪਹਿਲਾਂ ਵਿਲਾਈ ਬੋਲੀ ਗਏ, ਹੁਣ ਬੋਲੇ ਨਹੀਂ। these are the finger like structures just for the absorption of food। ਤਾਂ ਇਸ ਤਰੀਕੇ ਹੁੰਦੀਆਂ ਇੰਟੈਸਟਾਈਨ ਦੇ ਵਿੱਚ, ਇਹਨਾਂ ਦੇ ਅਰਾਊਂਡ ਸਾਡੇ ਡਾਈਜੈਸਟਡ ਫੂਡ ਹੁੰਦਾ ਹੈ, ਡਾਈਜੈਸਟਡ ਫੂਡ, ਠੀਕ ਹੈ। ਤੇ ਇਹ ਕਿਸ ਤਰ੍ਹਾਂ ਪਈਆਂ ਹੁੰਦੀਆਂ? ਇਸ ਤਰੀਕੇ ਹੁੰਦੀਆਂ ਵਿਲਾਈ। ਇਹਨੂੰ ਕਹਿੰਦੇ ਆ ਪੈਲਿਕੇ ਸਰਕੂਲੇਰਸ, ਪੈਲਿਕੇ ਸਰਕੂਲੇਰਸ। ਤੇ ਇਸ ਵਿਲਾਈ ਦੇ ਉੱਪਰ ਯੂ ਕੈਨ ਸੀ microvilli also, there are the microvilli just to increase the surface area। so pellic circle ਦੇ ਉੱਪਰ ਵਿਲਾਈ ਹੈ ਤੇ ਵਿਲਾਈ ਦੇ ਉੱਪਰ you can see the microvilli just to increase the surface area, ਠੀਕ ਹੈ। ਤਾਂ ਹੁਣ ਕੀ ਹੈ ਬੇਟੇ, ਇੱਥੇ ਸਾਡੇ digested food ਪਿਆ and digested food will be absorbed by the villi and it will send to the blood। ਉਹ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ। ਆ ਵੇਖੋ these finger like structures ਕਿਹੜੀਆਂ ਸੋਹਣੀਆਂ ਸੋਹਣੀਆਂ ਲੱਗੀਆਂ ਪਈਆਂ ਹੈ ਨਾ। These finger-like structures are the villi, and here the absorption of food takes place। Absorption of food takes place। Sir, mucosa ਕਿਹਨੂੰ ਕਹਿੰਦੇ ਆ? ਇਹ ਲੇਅਰਸ ਹੈ ਪੁੱਤ, ਇਹ ਹਿਸਟੋਲੋਜੀ ਚ ਪੜਾਂਗੇ, ਅੱਜ ਹੀ ਪੜਾਂਗੇ ਆਪਾਂ, ਠੀਕ ਹੈ ਸਰ। ਠੀਕ ਹੈ। ਕਈ ਹੈਗੀਆਂ ਲੇਅਰਸ, ਸਿਰੋਜ਼ਾ, ਸਬ ਸਿਰੋਜ਼ਾ, ਮਿਕੋਜ਼ਾ, ਵਸਕੂਲੈਰਿਸ, ਉਹ ਸਾਰੀਆਂ ਆਪਾਂ ਲੇਅਰਸ ਜਿਹੜੀਆਂ ਅੱਜ ਡਿਸਕਸ ਕਰਨੀਆਂ। ਤੇ ਦੇਖੋ ਬੇਟੇ, ਇੱਥੇ ਇੱਕ ਚੀਜ਼ ਵੇਖੋ, ਆਹ ਤਾਂ ਤੁਹਾਨੂੰ ਬਲੂ ਐਂਡ ਰੈਡ ਕੈਪਿਲਰੀਜ਼ ਵਿਖਦੀਆਂ ਪਈਆਂ ਵਿਲਾਈ ਦੇ ਵਿੱਚ, ਆ ਇੱਕ ਗ੍ਰੀਨ ਦਿਖਦੀ ਪਈ ਹੈ, ਦਿਸ ਇਜ਼ ਦਾ ਲੈਕਟੀਅਲ। ਤਾਂ ਹੁਣ what is the function of lacteal? ਇੱਕ ਤਾਂ ਤੁਹਾਨੂੰ ਮੈਂ ਦੱਸਤਾ ਵੀ ਇੱਥੇ ਸਾਡੇ ਕੋਲ digested food ਪਿਆ ਜੀ, and digested food will pass to the blood capillaries। ਪਰ ਇੱਥੇ ਇੱਕ ਵੱਡੀ ਗੜਬੜ ਹੈ। ਕੀ ਗੜਬੜ ਹੈ? ਵੀ ਸਾਡੇ digested food ਦੇ ਵਿੱਚ ਫੈਟ ਵੀ ਤਾਂ ਹੈਗਾ, ਫੈਟ ਐਂਡ ਫੈਟੀ ਐਸਿਡ, तो किथे जाएंगे? They are not the water soluble to blood। ਸੋ ਸੌਰੀ ਬੇਟੇ, ਕੋਈ ਕਾਲ ਆ ਗਈ ਸੀ ਤੇ ਆਪਾਂ ਨੂੰ ਮਤਲਬ ਕਿ ਵਿੱਚੋਂ ਥੋੜੇ ਕਰਨਾ ਪਿਆ। ਤੇ ਬੇਟੇ ਦਿਸ ਇਜ਼ ਦਾ ਲੈਕਟੀਅਲ, ਤੇ ਇਹਦੇ ਕੋਲ ਕੀ ਹੈ? ਇਟ ਕੰਟੇਨਸ ਦਾ ਲਿੰਫ।
सो इत्थे आ पॉइंट याद रखना है, फैटी एसिड और फैट सोलूबल सबस्टांसिस और फैट्स लिम्फ ਦੇ ਵਿੱਚ absorb ਹੁੰਦੇ ਹੈ, ਇਟਸ ਟਰਾਂਸਪੋਰਟ absorbed by lacteals and transported by lymph। ਇਹ ਚੀਜ਼ ਦਿਮਾਗ ਦੇ ਵਿੱਚ ਰੱਖਣੀਆਂ ਆਪਾਂ, ਜਿਹੜੀਆਂ ਵੀ ਵਾਟਰ ਸੋਲੂਬਲ ਹੈ ਉਹ ਕਿੱਥੇ ਜਾਂਦੀਆਂ, ਬਲੱਡ ਕੈਪਲਰੀਜ਼ 'ਚ, ਤੇ ਜਿਹੜੀਆਂ ਫੈਟ ਔਰ ਫੈਟ ਸੋਲੂਬਲ ਹੈ ਦੇ ਰੀਚਸ ਟੂ ਦਾ ਲਿੰਫ। ਇਹ ਚੀਜ਼ ਆਪਣੇ ਦਿਮਾਗ ਦੇ ਵਿੱਚ ਰੱਖ ਲਓ। ਨੋ ਵਰੀ ਵਾਟ ਇਜ਼ ਦਿਸ, ਦਿਸ ਇਜ਼ ਦਾ ਲਾਰਜ ਇੰਟੈਸਟਾਈਨ। ਤਾਂ ਇਹਦੇ ਪਹਿਲਾਂ ਕੁਝ ਪਾਰਟਸ ਵੇਖ ਲਈਏ। ਦਿਸ ਇਜ਼ ਦਾ appendix, ਦਿਸ ਇਜ਼ appendix। ਸੁਣਿਆ ਹੋਣਾ ਕਹਿੰਦੇ ਜੀ ਕਿ ਇਹਦੀ appendix ਦਾ ਆਪਰੇਸ਼ਨ ਹੋ ਗਿਆ, ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ appendix ਹੈ ਕੀ। ਆ ਜਿਹੜਾ ਪਾਊਚ ਸ਼ੇਪਡ ਹੈ, pouch shaped organ, this is cecum, this is ascending colon, this is transverse colon, this is descending colon, this is sigmoid colon, S shaped sigmoid colon, and this is the rectum। ਤਾਂ ਆਓ ਫਿਰ ਇਹਦੇ ਬਾਰੇ ਡਿਟੇਲ ਦੇ ਵਿੱਚ ਸਟੱਡੀ ਕਰੀਏ। ਤਾਂ this is the vermiform appendix, vermiform appendix। ਤਾਂ why it is called as vermiform, because it looks like a worm, कीड़े जैसी दिखती है, ठीक है। तो it's a vestigial organ। what is vestigial organ? That is not functional in our body, but it was functional in our ancestral body। ਸਾਡੀ ਬੋਡੀ ਦੇ ਵਿੱਚ ਕੋਈ ਕੰਮ ਨਹੀਂ ਕਰਦਾ, ਬਟ ਜਿਹੜੇ ਸਾਡੇ ਐਂਸੈਸਟਰ ਹੈ ਉਹਨਾਂ ਦੀ ਬੋਡੀ ਦੇ ਵਿੱਚ it was functional। ਤੇ ਇਹਦੇ ਵਿੱਚ ਕੀ ਹੁੰਦਾ ਸੀਗਾ, ਮਤਲਬ ਕਿ ਜਿਹੜਾ cellulose digest ਹੁੰਦਾ ਸੀ। very good ਬੇਟੇ, there is the digestion of cellulose। ਤਾਂ this is the cecum, cecum ਦੇ ਨਾਲ attached ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਬੇਟੇ this is the colon, ascending, transverse, descending, sigmoid, and this is the rectum। ਤਾਂ ਬੇਟੇ ਇੱਥੇ ਨਾ ਯਾਦ ਰੱਖੋ ਵੀ ਬਹੁਤ ਸਾਰੇ ਕਹਿੰਦੇ ਵੀ no digestion takes place in case of colon, but ਇੱਥੇ ਨਾ vitamin K, some types of vitamin B ਇਹ absorb ਹੁੰਦੀਆਂ, ਠੀਕ ਹੈ, plus folic acid। ਤੇ absorption of maximum absorption of water is also takes place in the colon। ਤਾਂ ਇਹ ਚੀਜ਼ ਆਪਾਂ ਇੱਥੇ ਧਿਆਨ ਦੇ ਵਿੱਚ ਰੱਖਣੀ ਹੈ। ਤਾਂ ਫਿਰ ਆਪਣੇ ਕੋਲ ਆ ਗਿਆ, ਆ ਵੇਖੋ this is the ileocecal valve, ਠੀਕ ਹੈ। ਇਹ ਵੈਲਵ ਹੈ, ਇੱਥੇ ਸਾਡੇ ਇਲੀਅਮ ਅਟੈਚ ਹੁੰਦੀ ਹੈ, ਇਲੀਅਮ small intestine, and this is called as ileocecal valve, this is the cecum, ਠੀਕ ਹੈ। ਆ ਉਵੇਂ ਹੀ ਆਪਣੇ ਜਿਹੜੇ ਹੈਗੇ ਆ ਸਾਡੇ ਜਿਹੜਾ ਕੋਲਨ ਹੈ, ascending, transverse, descending, sigmoid। ਤੇ ਆ ਜਿੱਥੇ ਬੈਂਡ ਹੁੰਦਾ this is right coeliac flexor, and this is the left coeliac flexor, ਠੀਕ ਹੈ। ਅੱਛਾ ਬੱਚੇ ਇੱਥੇ ਨਾ ਇੱਕ ਚੀਜ਼ ਹੋਰ ਚੀਜ਼ ਯਾਦ ਰੱਖਣੀ ਹੈ ਵੀ ਆ ਜਿਹੜੇ ਪਾਊਚ ਸ਼ੇਪ ਸਟਰਕਚਰ ਦਿਖਦੇ ਪਏ ਆ, these are called as hostra, hostra, or hostrum singular, singular hostrum है, plural these are the hostra, ठीक है। after that bete this is the rectum, this is the rectum, it's 20 centimeter long, it's muscular, and it has to collect the feces। ਇਹਦੇ ਵਿੱਚ feces collect ਹੁੰਦੀਆਂ ਤਾਂ ਕੀ ਹੈ, when it is half filled, feces goes out from the body through the anus, through anus। ਤਾਂ ਲਾਰਜ ਇੰਟੈਸਟਾਈਨ ਦੇ ਵਿੱਚ ਬੇਟੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਵਿਟਾਮਿਨ K, some types of vitamin B, as well as folic acid, that's called as iron। ਵਿਟਾਮਿਨ B ਦੀ ਕੰਪਲੈਕਸ ਫਾਰਮ ਹੈ folic acid, ਉਹ ਉਹਨਾਂ ਦੀ absorption ਹੁੰਦੀ ਹੈ ਤੇ maximum absorption of water is taken in the colon। ਇੱਕ ਚੀਜ਼ ਹੋਰ, certain type of bacteria like E. coli, these are present in the cecum, they also help in the digestion, ठीक है। Escherichia coli कुछ बैक्टीरिया they are present in the cecum। so ये एक disorder है, that is hemorrhoid, or we can say that the piles, it's enlargement of ਕੀ ਹੋ ਜਾਂਦਾ ਹੈ, veins ਹੋ ਜਾਂਦੀ ਹੈ, and sometimes they get ruptured and there is the oozing of blood from this area, so this is the piles।
ਤਾਂ ਹੁਣ ਜਿਹੜਾ ਆਪਣੇ ਤੋਂ ਨਿਮਰ ਪੁੱਛਦੀ ਪਈ ਸੀ ਬਈ ਨਿਮਰ ਸੀ ਸ਼ਾਇਦ ਵੀ ਸਰ what is mucosa and Yes, what is sir. so this is now we are going to discuss about the histology ਤਾਂ ਬੇਟੇ ਸਾਰਿਆਂ ਤੋਂ ਪਹਿਲਾਂ ਆਪਾਂ ਇਹਦੀ ਪੜ੍ਹੀ ਸੀ anatomy of digestive tract ਜਿਹੜੀ ਆਪਾਂ ਹੁਣ ਫਿਨਿਸ਼ ਕੀਤੀ ਹੈ ਤੇ ਉਹਦੇ ਚ ਇੱਕ ਡਿਸਆਰਡਰ ਵੀ ਆਪਾਂ ਪੜ੍ਹਿਆ no this is the histology of gut or histology of alimentary canal or histology of digestive tract ਤੇ ਬੇਟੇ ਸਾਰਿਆਂ ਤੋਂ ਪਹਿਲਾਂ this is serosa ਤੇ ਇਹਦਾ ਇੱਕ ਸੈਕਿੰਡ ਨੇਮ ਹੈ ਇਟਸ visceral peritoneum ਤਾਂ ਇਟਸ ਮੇਡ ਅਪ ਆਫ squamous epithelium ਕੀ ਹੁੰਦਾ ਹੈ squamous epithelium these are the cells of epithelium ਜਿਹੜੇ ਕਿ ਟਾਇਲ ਸ਼ੇਪ ਹੁੰਦੇ ਆ ਫਰਸ਼ ਦੀਆਂ ਟਾਇਲਸ ਹੁੰਦੀਆਂ ਨਾ ਜਿਹੜੀਆਂ ਵੈਰੀ ਥਿਨ ਹੁੰਦੀਆਂ ਤਾਂ ਇਟਸ ਮੇਡ ਅਪ ਆਫ squamous epithelium ਤੇ areolar connective tissue ਇੱਕ ਲੂਜ਼ connective tissue ਹੁੰਦਾ that's called as areolar connective tissue ਆਪਾਂ ਟਿਸ਼ੂ ਦੇ ਵਿੱਚ ਇਹਨੂੰ ਡਿਟੇਲ ਚ ਪੜਾਂਗੇ it's made up of squamous epithelium and areolar connective tissue ਠੀਕ ਹੈ and it's continued with mesenteries ਪੜਿਆ ਸੀ ਜਿਹੜੀਆਂ ਇਹਦੇ ਨਾਲ ਅਟੈਚ ਹੁੰਦੀਆਂ ਇਹਦੇ ਨਾਲ ਜੁੜੀਆਂ ਹੁੰਦੀਆਂ mesenteries ਤਾਂ ਬਈ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ this is muscularis ਤੋਂ ਪਤਾ ਹੀ ਹੈ layer of muscles ਸਰਕੂਲਰ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਮਸਲ ਹੁੰਦੇ ਆ ਬਈ ਸਰਕੂਲਰ ਮਸਲ ਜਿਹੜੇ ਆ ਗੋਲ ਹੁੰਦੇ ਆ ਠੀਕ ਹੈ ਲੌਂਗੀਟਿਊਡਨਲ ਮਸਲ ਜਿਹਨੂੰ ਆਪਾਂ ਲਿਊਮਨ ਨੂੰ ਪਿੱਛੇ ਟਿਊਬ ਲਾਈਕ ਮੰਨ ਲਈਏ ਤਾਂ ਇਸ ਤਰੀਕੇ ਲੰਬੇ ਹੋਣਗੇ ਲੌਂਗੀਟਿਊਡਨਲ ਮਸਲ ਠੀਕ ਹੈ ਇਨਰ ਸਰਕੂਲਰ ਆਊਟਰ ਜਿਹੜੇ ਹੈਗੇ ਆ ਲੌਂਗੀਟਿਊਡਨਲ ਹੁੰਦੇ ਆ ਪਲੱਸ ਇਹਦੇ ਇਨ ਬਿਟਵੀਨ देयर ਆਰ ਦਾ ਓਬਲੀਕ ਮਸਲਸ ਟੇਢੇ ਮਸਲ ਵੀ ਪਏ ਹੁੰਦੇ ਆ ਟੇਢੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਓਬਲੀਕ ਮਸਲਸ देयर ਆਰ ਦਾ ਓਬਲੀਕ ਮਸਲਸ ਤੇ ਜਿਹੜਾ ਇਹਦੇ ਵਿੱਚ ਨਰਵਸ ਸਿਸਟਮ ਇਜ਼ ਆਲਸੋ ਪ੍ਰੈਜ਼ੈਂਟ ਇਨਰਵੇਟਿੰਗ ਇਨ ਥੀਸ ਟੂ ਲੇਅਰਸ ਠੀਕ ਹੈ ਨਰਵ ਫਾਈਬਰ ਹੈ ਜਿਹੜੀਆਂ ਮਸਲਸ ਨੂੰ ਇਨਰਵੇਟ ਕਰਦੀਆਂ ਇੱਕ ਚੀਜ਼ ਯਾਦ ਰੱਖੋ ਬੇਟੇ ਪਲੈਕਸਿਸ ਦਾ ਮਤਲਬ ਹੁੰਦਾ ਹੈ ਨੈਟਵਰਕ ਤਾਂ ਉਹ ਜਿਹੜਾ ਨੈਟਵਰਕ ਹੈ ਨਰਵਸ ਟਿਸ਼ੂ ਹੈ ਉਹ ਮੈਜ਼ੈਂਟਰੀਜ਼ ਦੇ ਵਿੱਚੋਂ ਆਉਂਦਾ ਹੈ ਠੀਕ ਹੈ ਤੇ ਉਹਨੂੰ ਕਹਿੰਦੇ ਆ ਐਰੋਬੈਕਸ ਪਲੈਕਸ AUERBACH ਐਰੋਬੈਕਸ ਪਲੈਕਸ ਜਿਹੜਾ ਮਸਲਸ ਦੇ ਨਾਲ ਨਿਊਰਲ ਟਿਸ਼ੂ ਦੀ ਅਟੈਚਮੈਂਟ ਨੋ ਬਈ ਆ ਦੋਵੇਂ these two have muscle and squamous epithelial tissue as well as connective tissue no this is the submucosa sub ਦਾ ਮਤਲਬ ਹੁੰਦਾ ਹੇਠਲਾ ਆ ਮਿਊਕੋਜ਼ਾ ਇਹਦੀ ਹੇਠਲੀ ਲੇਅਰ ਨੂੰ ਆਪਾਂ ਕਹਿੰਦੇ ਆ submucosa ਤੇ ਇਹਦੇ ਵਿੱਚ ਵੀ ਬਈ ਆਪਣੇ ਸਰ ਤੁਹਾਡਾ ਮਾਈਕ ਬੰਦ ਹੋ ਗਿਆ ਸੋਰੀ ਬੇਟੇ ਫੇਰ ਇੱਕ ਕਾਲ ਆ ਗਈ ਸੀਗੀ ਸੋ ਦਿਸ ਇਜ਼ ਦਾ ਇੱਥੇ ਜਿਹੜੇ ਸਾਡੇ ਕੋਲ ਨਿਊਰੋਪਲੈਕਸਿਸ ਬਣਦੇ ਆ ਨਾ ਬੇਟੇ ਇਹ ਵੀ ਪੁਆਇੰਟ ਯਾਦ ਰੱਖਣਾ ਇਹਨਾਂ ਪਲੈਕਸਿਸ ਨੂੰ ਕਹਿੰਦੇ ਆ ਮਿਜ਼ਨਰਸ ਪਲੈਕਸਿਸ ਜਿਹੜੇ ਇੱਥੇ ਬਣਦੇ ਸੀ ਇਹ ਐਰੋਬੈਕ ਸੀ ਜਿਹੜੇ ਇੱਥੇ ਪਲੈਕਸਿਸ ਬਣਦੇ ਪਏ ਆ these are called as Meissner's plexus what is the plex it's a mixing of tissue with neural tissue ਠੀਕ ਹੈ ਇੱਥੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਲੱਗਦੀ ਹੈ ਤਾਂ no way this is the mucosa ਸਰ ਇੱਕ ਵਾਰੀ ਦੁਬਾਰਾ ਦੱਸੋ ਪਲੈਕਸਿਸ ਮਾੜਾ ਜੀ ਪਲੈਕਸ ਹੁੰਦਾ ਬੇਟਾ ਨੈਟਵਰਕ ਆਫ ਦਾ ਨਿਊਰਲ ਟਿਸ਼ੂ ਠੀਕ ਹੈ
ਤੇ ਇੱਥੇ ਉਹ ਨਿਊਰਲ sir- ਟਿਸ਼ੂ ਹੈ ਜਿਹੜਾ ਇਨਰਵੇਟ ਕਰਦਾ ਹੈ ਇਨਟੂ ਅਦਰ ਟਿਸ਼ੂ ਤੇ ਇਟ ਫਾਰਮਸ ਅ ਹਾਂਜੀ। ਮਿਜ਼ਨਰ ਪਲੈਕਸਿਸ। ਸਬ ਮਿਊਕੋਜ਼ਾ ਚ। ਹਾਂਜੀ, ਸਬ ਮਿਊਕੋਜ਼ਾ ਚ। ਇੱਥੇ ਜਿਹੜਾ ਬਣਾਉਂਦਾ ਹੈ ਦੈਟ ਏਰੋਬੈਕ। ਇਹ 2 ਪੁਆਇੰਟ ਹੀ ਯਾਦ ਰੱਖਣੇ ਆਪਾਂ ਇੱਥੇ, ਬਾਕੀ ਦਾ ਸਾਰਾ ਆਪਾਂ ਨੂੰ ਲੇਅਰਸ ਵੇਖ ਕੇ ਪਤਾ ਲੱਗ ਹੀ ਜਾਂਦਾ ਹੈ। 2 ਪੁਆਇੰਟ ਯਾਦ ਰੱਖਣੇ ਵੀ ਇੱਥੇ ਮਿਜ਼ਨਰਸ, ਠੀਕ ਹੈ। ਤਾਂ ਬਈ ਦਿਸ ਇਜ਼ ਦਾ ਮਿਊਕੋਜ਼ਾ। ਇਹਦੇ ਵਿੱਚ ਇਰਰੈਗੂਲਰ ਫੋਲਡਸ, ਯੂ ਕੈਨ ਸੀ ਦਾ ਇਰਰੈਗੂਲਰ ਫੋਲਡਸ, ਠੀਕ ਹੈ। ਤਾਂ ਇਹ ਜਿਹੜੇ ਹੈਗੇ ਆ ਉਸ ਤੋਂ ਥੱਲੇ ਕੀ ਆ ਜਾਂਦਾ ਹੈ, ਦੇਰ ਇਜ਼ ਦਾ lumen of intestine. So this is the histology of gut. ਅੱਗੇ ਆ ਜਾਓ ਬੇਟੇ, ਅੱਗੇ ਆਪਾਂ ਪੜ੍ਹਨ ਲੱਗੇ ਆ digestive glands। ਤਾਂ ਦੇਖੋ you can see three glands. This is the parotid gland, this is the sublingual gland and this is the submandibular gland. ਕਾਰਨ ਜਾਂ ਜਿਹੜੀ ਬੋਨ ਹੈ, this is the mandibular bone, ਉਹਦੇ ਥੱਲੇ ਜਿਹੜਾ ਹੋਊਗਾ submandibular, sublingual it's below the tongue and parotid it's below the ear, ਠੀਕ ਹੈ। ਚਲੋ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਤਾਂ ਕੀ ਗੱਲਬਾਤ ਕਰਨੀ ਹੈ ਵੀ ਜਿਹੜਾ ਪੈਰੋਟਿਡ ਗਲੈਂਡ ਹੈ ਇਟਸ ਪੇਅਰਡ ਐਂਡ ਇਟਸ ਬਿਲੋ ਦਾ ਈਅਰ ਔਰ ਨੀਅਰ ਟੂ ਦਾ ਈਅਰ। ਤਾਂ ਸੈਕਿੰਡ ਅਪਰ ਮੋਲਰ ਜਿਹੜੀ ਸਾਡੀ ਦੂਜੀ ਜਾੜ ਹੈ ਉਹਦੇ ਉੱਪਰ ਜਾ ਕੇ ਇਹ ਖੁੱਲਦਾ ਹੈ, ਠੀਕ ਹੈ। ਇਟ ਓਪਨ ਨੀਅਰ ਟੂ ਦਾ ਸੈਕਿੰਡ ਅਪਰ ਮੋਲਰ। ਤਾਂ ਜੇ ਇੱਥੇ ਤੁਸੀਂ ਯਾਦ ਰੱਖ ਸਕੋ ਬੇਟੇ ਤੇ ਇਹਦੇ ਡਕਟ ਨੂੰ ਕਹਿੰਦੇ ਆ ਸਟੈਂਸਨਸ ਡਕਟ। ਵੈਸੇ ਕੋਈ ਲੋੜ ਨਹੀਂ, ਐਡਾ ਡੀਪ ਨਹੀਂ ਜਾਂਦੇ ਹੁੰਦੇ ਉਹ ਨੀਟ ਦੇ ਵਿੱਚ, ਬਟ ਦਿਸ ਇਜ਼ ਕਾਲਡ ਐਸ ਸਟੈਂਸਨਸ ਡਕਟ। ਇਹ ਤੁਹਾਡੇ NCERT ਚ ਨਹੀਂ ਦਿੱਤਾ ਗਿਆ, ਇਸ ਕਰਕੇ ਨੀਟ ਦੇ ਵਿੱਚ ਵੀ ਨਹੀਂ ਪੁੱਛਿਆ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਦਿਸ ਇਜ਼ ਦਾ ਸਬਲਿੰਗੁਅਲ, ਦਿਸ ਇਜ਼ ਦਾ ਸਬਲਿੰਗੁਅਲ। ਤੇ ਇਹਦੇ ਚ ਨਾ ਬਹੁਤ ਸਾਰੇ ਡਕਟ ਹੈ ਜਿਹੜੇ ਬਿਲੋ ਦਾ ਟੰਗ ਓਪਨ ਹੁੰਦੇ ਆ, ਬਿਲੋ ਦਾ ਟੰਗ, ਜੀਭ ਦੇ ਹੇਠਾਂ ਓਪਨ ਹੁੰਦੇ ਆ। ਫਲੋਰ ਆਫ ਦਾ ਓਰਲ ਕੈਵਿਟੀ ਜਿਹਨੂੰ ਕਹਿ ਦਿੰਦੇ ਆ, ਦੇ ਗੈਟ ਓਪਨਡ ਬਿਲੋ ਦਾ ਟੰਗ ਐਂਡ ਥੀਸ ਆਰ ਦਾ ਸਬਮੈਂਡੀਬੂਲਰ, ਬਿਲੋ ਦਾ ਮੈਂਡੀਬਲ ਬੋਨ, ਬਿਲੋ ਦਾ ਮੈਂਡੀਬਲਸ, ਲੋਅਰ ਜਾ ਦੇ ਹੇਠਲੇ ਪਾਸੇ ਹੁੰਦੇ ਆ, ਠੀਕ ਹੈ। ਐਂਡ ਦੇ ਓਪਨ ਐਟ ਦਾ ਬੇਸ ਆਫ ਚੀਕਸ, ਇਹਨਾਂ ਥਾਵਾਂ ਤੇ ਦੋਵਾਂ ਸਾਈਡਾਂ ਤੇ ਓਪਨ ਹੁੰਦੇ ਆ। ਥੀਸ ਟੂ ਆਰ ਪੇਅਰਡ, ਇਹ ਦੋਵੇਂ ਪੇਅਰਡ ਹੈ, ਦਿਸ ਇਜ਼ ਅਨਪੇਅਰਡ, ਠੀਕ ਹੈ। ਅੱਛਾ ਬੱਚੇ, ਇੱਕ ਸੁਣਿਆ ਪੰਜਾਬੀ ਦੇ ਵਿੱਚ ਕਹਿੰਦੇ ਬਿਮਾਰੀ ਹੋ ਗਈ ਜੀ ਕਨੇਡੂ, ਮਮਸ ਕਹਿ ਦਿੰਦੀ ਹੈ ਇੰਗਲਿਸ਼ ਦੇ ਵਿੱਚ। Yes, ਹੋਈ ਹੈ sir. ਤੁਹਾਡੇ ਚੋਂ ਕਦੇ ਕਿਸੇ ਨੂੰ? No, sir. ਜੇ ਜਿਹਨੂੰ ਵੀ ਹੋਈ ਹੈ ਉਹਨੂੰ ਲਾਈਫ 'ਚ ਦੁਬਾਰਾ ਨਹੀਂ ਹੁੰਦੀ। ਤੁਹਾਡੇ ਤਾਂ ਸਾਰਿਆਂ ਨੂੰ ਵੈਕਸੀਨ ਲੱਗੀ ਹੋਣੀ ਹੈ, ਵੈਸੇ ਸਾਡੇ ਜਿਹੜੇ ਉਮਰ ਦੇ ਹੈਗੇ ਆ ਜਿਨ੍ਹਾਂ ਨੂੰ ਇੱਕ ਵਾਰੀ ਹੋ ਜੇ ਉਹਨਾਂ ਨੂੰ ਦੁਬਾਰਾ ਨਹੀਂ ਹੁੰਦੀ, ਕਿਉਂਕਿ ਸਾਨੂੰ ਲਾਈਫ ਲੌਂਗ ਇਮਿਊਨਿਟੀ ਮਿਲ ਜਾਂਦੀ ਹੈ। ਤਾਂ ਇੱਥੇ ਮਮਸ ਵਾਇਰਸ ਇਨਫੈਕਟ ਕਰਦਾ ਹੈ ਐਂਡ ਦੇਰ ਇਜ਼ ਦਾ swelling in the parotid gland। ਤਾਂ ਬੱਚੇ ਨੂੰ ਬੋਲਿਆ ਨਹੀਂ ਜਾਂਦਾ, ਪੇਨ ਹੁੰਦੀ ਹੈ, ਫੀਵਰ ਹੁੰਦਾ ਹੈ, ਹੈਡੇਕ ਹੁੰਦਾ ਹੈ, ਤੇ ਉਹ ਜਿਹੜਾ ਹੈਗਾ ਆਫਟਰ 2 to 3 days ਠੀਕ ਹੋਣਾ ਸ਼ੁਰੂ ਹੋ ਜਾਂਦਾ। ਤੇ ਪੁਰਾਣੇ ਟਾਈਮ ਦੇ ਵਿੱਚ ਨਾ ਇੱਕ ਤੁਹਾਨੂੰ ਇਹਦੇ ਨਾਲ ਹੋਰ ਗੱਲ, ਬੜੀ ਅੱਛੀ ਗੱਲ ਦੱਸਣ ਜਾ ਰਹੇ ਹਾਂ ਕਿ ਪੁਰਾਣੇ ਟਾਈਮ 'ਚ ਨਾ ਇਹ ਜਿਹੜੇ ਬੱਚੇ ਨੂੰ ਮਮਸ ਹੋ ਜਾਂਦੇ ਸੀਗੇ ਉਹਦੇ ਥੋਲਾ ਪਵਾਉਣ ਲਈ ਜਾਂਦੇ ਹੁੰਦੇ ਸੀ ਪ੍ਰਜਾਪਤਾਂ ਕੋਲ, ਠੀਕ ਹੈ। ਜਿਹੜੇ ਆ ਕਰਦੇ ਹੁੰਦੇ ਸੀ ਆਪਣੇ ਘੜੇ ਘੁੜੇ ਬਣਾਉਂਦੇ ਸੀ, ਤਾਂ ਉਹ ਕੀ ਕਰਦੇ ਸੀ ਵੀ ਥੋੜਾ ਜਿਹਾ ਪਾ ਕੇ ਨਾ ਇੱਥੇ ਮਿੱਟੀ ਲਾ ਦਿੰਦੇ ਸੀਗੇ, ਕਾਲੀ ਮਿੱਟੀ ਹੁੰਦੀ ਸੀ ਉਹਨਾਂ ਕੋਲ, ਕਾਲੀ ਮਿੱਟੀ ਲਗਾ ਦਿੰਦੇ ਸੀ, ਤੇ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਸੀ, ਬੱਚਾ ਠੀਕ ਹੋ ਜਾਂਦਾ ਸੀ। ਕਾਰਨ ਪਤਾ ਕਿਉਂ? ਕਿਉਂਕਿ ਜਦੋਂ ਇਨਫਲਾਮੇਸ਼ਨ ਹੋਈ ਹੋਵੇ ਨਾ, ਤੇ ਉਹ ਇਨਫਲਾਮੇਸ਼ਨ ਹਾਈ ਜਦੋਂ ਹੁੰਦੀ ਹੈ ਤਾਂ ਟੈਂਪਰੇਚਰ ਰਾਈਜ਼ ਹੁੰਦਾ ਹੈ, ਠੀਕ ਹੈ। ਸਾਡੀ ਬੋਡੀ ਜਿਹੜਾ ਡਿਫੈਂਸ ਸਿਸਟਮ ਹੈ ਫਾਈਟ ਕਰ ਰਿਹਾ ਹੁੰਦਾ ਹੈ, ਤੇ ਜੇ ਤੁਸੀਂ ਇੱਥੇ ਇਸ ਪੋਰਸ਼ਨ ਨੂੰ ਠੰਡਾ ਕਰ ਦਿਓ ਤਾਂ ਇਨਫਲਾਮੇਸ਼ਨ ਘਟ ਜੂਗੀ, ਸੋਜ ਘਟ ਜੂਗੀ ਤੇ ਪੇਨ ਵੀ ਘਟ ਜੂਗੀ, ਠੀਕ ਹੈ। ਉਹਦਾ ਕਾਰਨ ਹੀ ਇਹ ਹੁੰਦਾ ਵੀ ਉਹ ਜਿਹੜੀ ਮਿੱਟੀ ਠੰਡੀ ਸੀ ਉਹ ਇਹਨੂੰ ਠੰਡਾ ਕਰ ਦਿੰਦੀ ਸੀ, ਜਿਹਦੇ ਨਾਲ ਪੇਨ ਵੀ ਘਟ ਜਾਂਦੀ ਸੀ ਤੇ ਇਨਫਲਾਮੇਸ਼ਨ ਵੀ ਘਟ ਜਾਂਦੀ ਸੀ। ਉਹਦੇ 'ਚ ਕੋਈ ਜਾਦੂ ਨਹੀਂ ਹੁੰਦਾ ਸੀ, ਤੇ ਇਹਦੇ ਪਿੱਛੇ ਕੀ ਸੀ? ਸਾਇੰਸ ਸੀ। ਸੋ ਇਹ ਚੀਜ਼ ਆਪਾਂ ਯਾਦ ਰੱਖਣੀ ਹੈ ਬਈ। ਉਸ ਤੋਂ ਬਾਅਦ ਆ ਵੇਖੋ ਸਾਡੇ ਜਿਹੜੇ ਆ ਸਲਾਈਵਰੀ ਗਲੈਂਡ ਡਕਟਸ ਕਿੱਥੇ ਕਿੱਥੇ ਖੁੱਲਦੇ ਪਏ ਆ ਬੇਟੇ, ਇਹ ਤੁਹਾਨੂੰ ਸਾਰੇ ਦਿਖਾਏ ਗਏ ਆ। ਇੱਕ ਇਹਦੀ ਜਿਹੜੀ ਕੰਪੋਜੀਸ਼ਨ ਕੀ ਹੈ ਬਈ, ਇਟਸ ਸਲਾਈਟਲੀ ਐਸਿਡਿਕ, ਸਲਾਈਵਾ ਇਜ਼ ਸਲਾਈਟਲੀ ਐਸਿਡਿਕ, 6.8 ਹੈ ਬਈ। ਤੇ ਤੁਹਾਡੀ ਬੋਡੀ ਦੇ ਵਿੱਚ ਸਭ ਤੋਂ ਵੱਧ ਸਲਾਈਵਾ ਹੀ ਪ੍ਰੋਡਿਊਸ ਹੁੰਦਾ ਹੈ। ਜਿਹੜਾ ਅਡਲਟ ਹੈ ਉਹਦੀ ਬੋਡੀ ਦੇ ਵਿੱਚ ਅਪ ਟੂ ਮਤਲਬ ਕਿ 1600 ml
1.5 ਲੀਟਰ ਤੋਂ ਉੱਪਰ ਸਲਾਈਵਾ ਸਕ੍ਰੀਟ ਕਰਦਾ ਹੈ। ਇਹਦੇ ਵਿੱਚ ਹੁੰਦਾ ਕੀ ਹੈ, ਸੋਡੀਅਮ ਪੋਟਾਸ਼ੀਅਮ ਆਇਨ, ਕਲੋਰਾਈਡ ਆਇਨ, ਬਾਈਕਾਰਬੋਨੇਟ ਆਇਨ, ਇਹ ਇਹਦੇ ਵਿੱਚ ਹੁੰਦੇ ਆ ਬੇਟਾ, ਪਲੱਸ ਮਿਊਸੀਲੇਜ਼ ਐਂਡ ਸਮ ਅਦਰ ਫਲੂਇਡਸ। ਇੱਕ ਇਹਦੇ ਵਿੱਚ ਥਾਇਓਸਾਇਆਨੇਟ ਆਇਨਸ ਹੁੰਦੇ ਆ ਜਿਹੜੇ ਕਿ ਡਿਫੈਂਸ ਦਾ ਕੰਮ ਕਰਦੇ ਆ ਵਿਦ ਦਾ ਹੈਲਪ ਆਫ ਲਾਈਜ਼ੋਜ਼ਾਈਮ। ਤੇ ਇੱਕ ਐਂਜ਼ਾਈਮ ਹੁੰਦਾ ਬਈ ਦੈਟਸ ਸਲਾਈਵਰੀ ਮਾਈਲੇਜ਼ ਫॉर ਟਾਈਲਿਨ, ਠੀਕ ਹੈ, ਸੈਕਿੰਡ ਨੇਮ ਇਟਸ ਟਾਈਲਿਨ। ਤੇ ਜਿਹੜਾ ਸਲਾਈਵਰੀ ਮਾਈਲੇਜ਼ ਹੈ ਉਹ ਸਟਾਰਚ ਤੇ ਐਕਟ ਕਰਦਾ। ਇੱਕ ਵਾਰੀ ਫੇਰ ਸੁਣ ਲਓ, ਇਟ ਕੰਟੇਨ ਇਟਸ pH is slightly acidic 6.8 near to milk ਹੁੰਦੀ ਹੈ, ਮਿਲਕ ਦੀ pH ਵੀ 6.7 ਔਰ 6.8 ਹੁੰਦੀ ਹੈ। ਸੋਡੀਅਮ ਆਇਨ, ਪੋਟਾਸ਼ੀਅਮ ਆਇਨ, ਕਲੋਰਾਈਡ ਆਇਨ, ਕਾਰਬੋਨੇਟ, ਬਾਈਕਾਰਬੋਨੇਟ ਆਇਨ, ਲਾਈਜ਼ੋਜ਼ਾਈਮ plus thiocyanate ion, and there is one enzyme that is salivary amylase ਤੇ ਉਹਦਾ second name that is tyline। ਤੇ ਉਹ ਕੀ ਕਰਦਾ ਹੈ, ਜਿਹੜਾ ਸਾਡੇ ਮਾਊਥ ਦੇ ਵਿੱਚ, ਸਾਡੀ ਬਕਲ ਕੈਵਿਟੀ ਦੇ ਵਿੱਚ ਸਟਾਰਚ ਹੁੰਦਾ ਹੈ ਉਹਨੂੰ ਸਪਲਿਟ ਕਰਦਾ ਹੈ ਮਾਲਟੋਸ ਤੇ ਆਈਸੋਮਾਲਟੋਸ। ਤਾਂ ਸਾਰੇ ਬੱਚਿਆਂ ਨੇ ਕਲਾਸ ਦੁਆਰਾ ਜੁਆਇਨ ਕਰਨੀ ਹੈ ਬੇਟੇ। ਇਸ ਟਾਈਮ ਆਪਣੇ ਕੋਲ ਹੈ 16 ਪਾਰਟਿਸਪੈਂਟ ਹੈ, ਇੱਕ ਪਤਾ ਨਹੀਂ ਕੌਣ ਲੀਵ ਕਰ ਗਿਆ। ਤੇ ਉਹ ਸਟਾਰਚ ਨੂੰ ਮਾਲਟੋਸ ਤੇ ਆਈਸੋਮਾਲਟੋਸ ਦੇ ਵਿੱਚ ਸਪਲਿਟ ਕਰਦਾ ਹੈ। ਆਪਣੇ ਕੋਲ ਅੱਗੇ ਕਾਫੀ ਕੁਝ ਹੈ ਪੜ੍ਹਨ ਨੂੰ, ਠੀਕ ਹੈ। ਗਲੈਂਡਸ, ਗੈਸਟ੍ਰਿਕ ਗਲੈਂਡਸ ਰਹਿ ਗਏ, ਚਲੋ ਉਹਨਾਂ ਬਾਰੇ ਆਪਾਂ ਕੱਲ ਨੂੰ ਡਿਸਕਸ ਕਰਾਂਗੇ ਕਿਉਂਕਿ ਉਹ ਕਾਫੀ ਟਾਈਮ ਲੈ ਜਾਣਗੇ। ਥੋੜਾ ਜਿਹਾ ਟੌਪਿਕ ਰਹਿ ਗਿਆ ਸੀ ਆਪਣਾ 20-25 ਮਿੰਟ ਦਾ, ਤੋਂ ਆਪਾਂ ਕੱਲ ਨੂੰ ਡਿਸਕਸ ਕਰ ਲਾਂਗੇ। ਅਗਲੇ 3 ਲੈਕਚਰਸ ਦੇ ਵਿੱਚ ਆਪਣਾ ਜਿਹੜਾ ਬੇਟੇ ਚੈਪਟਰ ਹੈ ਉਹ ਕੰਪਲੀਟ ਹੋ ਜਾਊਗਾ। ਤੇ ਤੁਸੀਂ ਇਮੀਡੀਏਟਲੀ ਹੁਣ ਕਲਾਸ ਜੁਆਇਨ ਕਰੋਗੇ ਜਸਟ ਆਫਟਰ 1 ਮਿੰਟ।